फतेह चंद मैनी पटना दा वासी सी ते उसदी राणी दा नाम राणी वसुंधरा सी। फतेह चंद दे कोल धन दौलत जमीन जायदाद इन्ना ज्यादा सी कि लोग उसनू राजा जी कह के सन्मान करदे। फतेह चंद कोल परमात्मा दा दिता सब कुछ सी पर घर विच औलाद दा सुख नहीं सी। दोनों पति पत्नी ने औलाद दा सुख पाउण लई सारे यतन कीते पर कोई भी यतन सफल ना होया। फतेह चंद ते उसदी पत्नी वसुंधरा बस इसे चिंता च खोए रहंदे सन कि साडे घर औलाद नहीं है। ਜਦੋਂ ਉਹ ਬਾਲਕ ਗੁਰੂ ਗੋਬਿੰਦ ਰਾਏ ਨੂੰ ਹੋਰ ਬੱਚਿਆਂ ਨਾਲ ਖੇਡਦਾ ਦੇਖਦੀ ਤਾਂ ਉਸ ਦਾ ਮਨ ਭਰ ਆਉਂਦਾ ਸੀ। ਉਸ ਦੇ ਦਿਲ ਵਿੱਚ ਮਮਤਾ ਅਖੰਗੜੀਆਂ ਲੈਣ ਲੱਗ ਪੈਂਦੀ ਪਰ ਉਸ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਉਹ ਬਾਲਕ ਗੁਰੂ ਗੋਬਿੰਦ ਰਾਏ ਜੀ ਨੂੰ ਆਪਣੇ ਵਿਹੜੇ 'ਚ ਬੁਲਾ ਸਕੇ। ਬਾਲਕ ਗੋਬਿੰਦ ਰਾਏ ਦੀ ਸੋਹਣੀ ਸੂਰਤ ਰਾਣੀ ਵਸੁੰਧਰਾ ਦੇ ਦਿਲ ਵਿੱਚ ਉਤਰਤੀ ਹੀ ਜਾਂਦੀ ਸੀ। ਆਪਣੇ ਆਪ ਨੂੰ ਰੋਕਦੇ ਵੀ ਉਹ ਗੁਰੂ ਜੀ ਵੱਲ ਖਿੱਚੀ ਚਲੀ ਜਾਂਦੀ ਸੀ। ਇੱਕ ਦਿਨ ਰਾਣੀ ਵਸੁੰਧਰਾ ਸੰਤਾਨ ਦਾ ਸੁੱਖ ਪਾਉਣ ਵਾਸਤੇ ਰਾਜਾ ਫਤਿਹ ਚੰਦ ਨੂੰ ਨਾਲ ਲੈ ਕੇ ਗੰਗਾ ਘਾਟ ਦੇ ਕਿਨਾਰੇ ਵਡੇਰਾ ਲਾਈ ਬੈਠੇ ਪੰਡਿਤ ਸ਼ਿਵਦੱਤ ਪਾਸ ਪਹੁੰਚ ਗਏ। ਰਾਣੀ ਵਸੁੰਧਰਾ ਨੇ ਆਪਣੇ ਦਿਲ ਦੀ ਪੀੜਾ ਪੰਡਿਤ ਸ਼ਿਵਦੱਤ ਨੂੰ ਸੁਣਾਈ ਤੇ ਬੇਨਤੀ ਕੀਤੀ, ਤੁਸੀਂ ਜੋਤਿਸ਼ ਵਿਦਿਆ ਦੇ ਮਾਹਰ ਜਾਣਕਾਰ ਹੋ, ਕਿਰਪਾ ਕਰਕੇ ਮੈਨੂੰ ਵੀ ਦੱਸੋ ਮੇਰੀ ਕੁੱਖ ਕਦੋਂ ਹਰੀ ਹੋਵੇਗੀ। ਤਾਂ ਪੰਡਿਤ ਸ਼ਿਵਦੱਤ ਨੇ ਰਾਣੀ ਵਸੁੰਧਰਾ ਦੀ ਗੱਲ ਨੂੰ ਬੜੀ ਗੰਭੀਰਤਾ ਦੇ ਨਾਲ ਸੁਣਿਆ, ਬੜੇ ਹੀ ਧਿਆਨ ਪੂਰਵਕ ਨਾਲ ਉਸ ਦਾ ਹੱਥ ਦੇਖਿਆ ਤੇ ਕਿਹਾ, ਤੇਰੀ ਕਿਸਮਤ ਵਿੱਚ ਔਲਾਦ ਦਾ ਸੁੱਖ ਨਹੀਂ ਹੈ। ਤਾਂ ਪੰਡਤ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਵਸੁੰਧਰਾ ਰੋਣ ਲੱਗ ਪਈ ਤੇ ਪੰਡਿਤ ਅੱਗੇ ਪ੍ਰਾਰਥਨਾ ਕਰਨ ਲੱਗੀ ਕਿ ਪੰਡਤ ਜੀ, ਮੇਰੇ ਕੋਲ ਪ੍ਰਭੂ ਦਾ ਦਿੱਤਾ ਸਭ ਕੁਝ ਹੈ, ਧਨ ਦੌਲਤ ਜ਼ਮੀਨ ਜਾਇਦਾਦ ਦੀ ਕੋਈ ਕਮੀ ਨਹੀਂ ਹੈ ਪਰ ਔਲਾਦ ਦਾ ਸੁੱਖ ਨਹੀਂ ਹੈ। ਕਿਰਪਾ ਕਰਕੇ ਮੇਰੇ ਉੱਤੇ ਮਿਹਰ ਕਰੋ ਤੇ ਮੈਨੂੰ ਔਲਾਦ ਦੀ ਪ੍ਰਾਪਤੀ ਲਈ ਕੋਈ ਉਪਰਾਲੇ ਦੱਸੋ। ਤਾਂ ਰਾਣੀ ਨੂੰ ਰੋਂਦਿਆਂ ਕੁਰਲਾਉਂਦਿਆਂ ਦੇਖ ਕੇ ਪੰਡਿਤ ਸ਼ਿਵਦੱਤ ਨੇ ਦਿਲ ਵਿੱਚ ਤਰਸ ਆਇਆ ਤੇ ਉਸਨੇ ਰਾਣੀ ਨੂੰ ਕਿਹਾ ਕਿ ਇੱਕ ਉਪਾਅ ਹੈ। ਜੇਕਰ ਗੁਰੂ ਨਾਨਕ ਦੇਵ ਜੀ ਦੇ 9ਵੇਂ ਉੱਤਰਾਧਿਕਾਰੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਗੋਬਿੰਦ ਰਾਏ ਜੀ ਜਿਹੜੇ ਕਿ ਛੋਟੀ ਉਮਰ ਦੇ ਹਨ, ਜੇ ਉਹ ਤੁਹਾਡੀ ਬੇਨਤੀ ਸੁਣ ਲੈਂਦੇ ਹਨ ਤੇ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਦਾ ਵਰਦਾਨ ਮਿਲ ਸਕਦਾ ਹੈ ਤਾਂ ਕਿ ਉਹ ਬਾਲ ਰੂਪ ਵਿੱਚ ਪੂਰਨ ਪੁਰਖ ਹਨ। ਤਾਂ ਪੰਡਤ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜਾ ਨੇ ਪ੍ਰਸ਼ਨ ਕੀਤਾ, ਤੁਹਾਨੂੰ ਇਸ ਗੱਲ ਦਾ ਕਿਵੇਂ ਅਨੁਭਵ ਹੈ ਕਿ ਉਹ ਬਾਲਕ ਬਲਵਾਨ ਬਾਲਕ ਹੈ। ਤਾਂ ਪੰਡਿਤ ਸ਼ਿਵਦੱਤ ਨੇ ਉੱਤਰ ਦਿੱਤਾ ਕਿ ਮੈਂ ਜਾਣਦਾ ਹਾਂ ਕਿ ਉਹ ਬਾਲਕ ਪਰਮਾਤਮਾ ਦਾ ਰੂਪ ਹੈ, ਕਿਉਂਕਿ ਮੈਂ ਜਦੋਂ ਰਾਮਚੰਦਰ ਦੀ ਆਰਾਧਨਾ 'ਚ ਬੈਠਦਾ ਹਾਂ ਤੇ ਉਹ ਬਾਲਕ ਮੇਰੇ ਧਿਆਨ ਵਿੱਚ ਵਾਰ-ਵਾਰ ਆਉਂਦਾ ਹੈ। ਮੇਰੇ ਲਈ ਉਹ ਬਾਲਕ ਕੋਈ ਸਧਾਰਨ ਬਾਲਕ ਨਹੀਂ ਬਲਕਿ ਸਾਖਸ਼ਾਤ ਰਾਮ ਜੀ ਦਾ ਰੂਪ ਹਨ। ਪੰਡਿਤ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਨੇ ਪੰਡਤ ਦੀ ਗੱਲ ਦਾ ਸਮਰਥਨ ਕੀਤਾ ਤੇ ਕਹਿਣ ਲੱਗੇ, ਮੈਂ ਵੀ ਉਸ ਬਾਲਕ ਦੇ ਚਿਹਰੇ ਦਾ ਨੂਰ ਕਈ ਵਾਰ ਦੇਖਿਆ ਤੇ ਮੈਨੂੰ ਵੀ ਉਸ ਬਾਲਕ ਦੇ ਚਿਹਰੇ ਦਾ ਨੂਰ ਦੇਖ ਕੇ ਇਹ ਪ੍ਰਤੀਤ ਹੋਇਆ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ। ਪੰਡਿਤ ਸ਼ਿਵਦੱਤ ਨੇ ਕਿਹਾ ਕਿ ਉਹ ਬਾਲਾ ਪ੍ਰੀਤਮ ਹਨ, ਤੁਸੀਂ ਹੁਣ ਘਰ ਜਾਓ ਤੇ ਉਹਨਾਂ ਦੀ ਯਾਦ ਵਿੱਚ ਬੈਠੋ, ਉਹ ਤੁਹਾਨੂੰ ਆਪ ਹੀ ਦਰਸ਼ਨ ਦੇਣਗੇ। ਇਸ ਤਰ੍ਹਾਂ ਰਾਜਾ ਫਤਿਹ ਚੰਦ ਅਤੇ ਰਾਣੀ ਵਸੁੰਧਰਾ ਇੱਕ ਨਵੀਂ ਉਮੀਦ ਲੈ ਕੇ ਘਰ ਪਹੁੰਚ ਗਏ ਤੇ ਘਰ ਆਣ ਕੇ ਪੰਡਿਤ ਸ਼ਿਵਦੱਤ ਦੇ ਕਹਿਣ ਅਨੁਸਾਰ ਬਾਲਕ ਗੋਬਿੰਦ ਰਾਏ ਦੀ ਆਰਾਧਨਾ ਕਰਨ ਲੱਗੇ। ਕੁਝ ਦਿਨ ਬੀਤਣ ਤੋਂ ਬਾਅਦ ਇੱਕ ਦਿਨ ਰਾਣੀ ਵਸੁੰਧਰਾ ਬਾਲਕ ਗੋਬਿੰਦ ਰਾਏ ਦੀ ਯਾਦ ਵਿੱਚ ਬੈਠੀ ਹੋਈ ਸੀ ਤਾਂ ਬਾਲਕ ਕਲਗੀਆਂ ਵਾਲੇ ਜੀ ਹੌਲੀ-ਹੌਲੀ ਰਾਣੀ ਦੀ ਗੋਦ ਵਿੱਚ ਆਣ ਬੈਠੇ ਤੇ ਵਚਨ ਬੋਲਿਆ, ਮਾਂ। ਤਾਂ ਰਾਣੀ ਇਸ ਮਾਂ ਸ਼ਬਦ ਸੁਣਨ ਵਾਸਤੇ ਪਹਿਲਾਂ ਤੋਂ ਹੀ ਤਰਸ ਰਹੀ ਸੀ। ਜਿਵੇਂ ਹੀ ਉਸਨੇ ਇਹ ਮਾਂ ਸ਼ਬਦ ਸੁਣਿਆ ਤੇ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ। ਰਾਣੀ ਵਸੁੰਧਰਾ ਨੇ ਅੱਖਾਂ ਖੋਲੀਆਂ ਤਾਂ ਦੇਖਿਆ ਕਿ ਜਿਸ ਬਾਲਕ ਗੋਬਿੰਦ ਰਾਏ ਨੂੰ ਉਹ ਯਾਦ ਕਰਦੀ ਸੀ ਉਹੀ ਬਾਲਕ ਉਸਦੀ ਗੋਦ ਵਿੱਚ ਆ ਕੇ ਬੈਠਾ ਹੋਇਆ ਤੇ ਉਹੀ ਬਾਲਕ ਉਸ ਨੂੰ ਮਾਂ ਪੁਕਾਰ ਰਿਹਾ। ਕੁਝ ਪਲ ਰਾਣੀ ਨੂੰ ਸਮਝ ਹੀ ਨਹੀਂ ਆਇਆ ਕਿ ਮੈਂ ਕੀ ਕਰਾਂ ਤੇ ਫਿਰ ਉਸਨੇ ਆਪਣੀ ਦਾਸੀ ਨੂੰ ਆਵਾਜ਼ ਮਾਰੀ ਤੇ ਆਖਿਆ, ਜਲਦੀ ਨਾਲ ਖਾਣਾ ਤਿਆਰ ਕਰੋ। ਤਾਂ ਮਿੱਠੀ ਆਵਾਜ਼ ਵਿੱਚ ਸਤਿਗੁਰ ਜੀ ਫਿਰ ਬੋਲੇ, ਮਾਂ ਕੁਝ ਹੋਰ ਨਹੀਂ ਖਾਣਾ, ਜੋ ਅੰਦਰ ਤਲੇ ਹੋਏ ਛੋਲੇ ਪੂਰੀਆਂ ਤਿਆਰ ਨੇ ਮੈਂ ਉਹ ਖਾਣੇ ਹਨ। ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਬਹੁਤ ਹੈਰਾਨ ਹੋਈ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਅੰਦਰ ਛੋਲੇ ਪੂਰੀਆਂ ਬਣੀਆਂ ਹੋਈਆਂ ਹਨ। ਰਾਣੀ ਇੰਨੀ ਖੁਸ਼ ਸੀ ਕਿ ਉਸ ਕੋਲੋਂ ਆਪਣਾ ਚਾਅ ਸੰਭਾਲਿਆ ਹੀ ਨਹੀਂ ਜਾ ਰਿਹਾ ਸੀ। ਉਸਦੇ ਅੰਦਰ ਮਮਤਾ ਜਾਗ ਰਹੀ ਸੀ। ਤਾਂ ਰਾਣੀ ਰਸੋਈ ਅੰਦਰ ਜਾਂਦੀ ਹੈ ਤੇ ਉੱਥੇ ਛੋਲੇ ਪੂਰੀਆਂ ਲੈ ਕੇ ਆਉਂਦੀ ਹੈ। ਬਾਲ ਗੋਬਿੰਦ ਰਾਏ ਜੀ ਆਪਣੇ ਨਾਲ ਆਏ ਸਾਰੇ ਬਾਲ ਸੈਨਾ ਨਾਲ ਛੋਲੇ ਪੂਰੀਆਂ ਉਹਨਾਂ ਨੇ ਛਕੇ। ਉਸ ਉਪਰੰਤ ਸਾਰਾ ਦਿਨ ਉੱਥੇ ਖੇਡਦੇ ਰਹੇ ਤੇ ਜਾਣ ਲੱਗੇ ਕਹਿਣ ਲੱਗੇ ਕਿ ਅਸੀਂ ਕੱਲ ਨੂੰ ਫੇਰ ਆਵਾਂਗੇ।
ਛੋਲੇ ਪੂਰੀਆਂ ਤਿਆਰ ਰੱਖਿਓ। ਗੁਰੂ ਜੀ ਰੋਜ਼ਾਨਾ ਆਉਣ ਲੱਗੇ। ਇੱਕ ਦਿਨ ਗੁਰੂ ਜੀ ਰਾਣੀ ਵਸੁੰਧਰਾ ਨੂੰ ਆਖਣ ਲੱਗੇ ਕਿ ਮਾਂ ਜੀ, ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਹੋਵੇ। ਮੇਰੇ ਵਰਗਾ ਮੈਂ ਹੀ ਹਾਂ, ਤੁਸੀਂ ਮੈਨੂੰ ਆਪਣਾ ਹੀ ਪੁੱਤਰ ਸਮਝੋ। ਤਾਂ ਰਾਣੀ ਨੇ ਕਿਹਾ, ਤੁਸੀਂ ਤਾਂ ਮਾਤਾ ਗੁਜਰੀ ਜੀ ਦੇ ਲਾਲ ਹੋ, ਫਿਰ ਇੱਕ ਪੁੱਤ ਦੋ ਮਾਵਾਂ ਕਿਵੇਂ ਹੋਣਗੀਆਂ? ਤਾਂ ਕਲਗੀ ਵਾਲੇ ਪਾਤਸ਼ਾਹ ਨੇ ਜਵਾਬ ਦਿੱਤਾ ਤੇ ਕਿਹਾ, ਜਿਵੇਂ ਦੋ ਅੱਖਾਂ ਦੀ ਇੱਕ ਜੋਤ ਹੁੰਦੀ ਹੈ, ਉਸੇ ਤਰ੍ਹਾਂ ਅੱਜ ਤੋਂ ਮੈਂ ਵੀ ਦੋਨਾਂ ਮਾਵਾਂ ਦਾ ਇੱਕ ਪੁੱਤਰ ਹਾਂ। ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਦਾ ਦਿਲ ਮਮਤਾ ਨਾਲ ਭਰ ਆਇਆ ਤੇ ਫਿਰ ਉਸਨੇ ਕਦੇ ਵੀ ਪੁੱਤ ਦੀ ਇੱਛਾ ਨਹੀਂ ਕੀਤੀ। ਗੁਰੂ ਜੀ ਰੋਜ਼ ਮਹਿਲਾਂ ਵਿੱਚ ਖੇਡਣ ਆਉਂਦੇ ਤੇ ਰਾਣੀ ਉਹਨਾਂ ਨੂੰ ਬੜੇ ਪ੍ਰੇਮ ਨਾਲ ਛੋਲੇ ਪੂਰੀਆਂ ਛਕਾਉਂਦੀ ਤੇ ਗੁਰੂ ਜੀ ਸਾਰਾ ਦਿਨ ਖੇਡਣ ਤੋਂ ਬਾਅਦ ਹਨੇਰੇ ਹੋਏ ਵਾਪਸ ਜਾਂਦੇ। ਗੁਰੂ ਜੀ ਦੀ ਕਿਰਪਾ ਦੇ ਨਾਲ ਬਹੁਤ ਜਲਦੀ ਰਾਣੀ ਵਸੁੰਧਰਾ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਰਾਜਾ ਫਤਿਹ ਚੰਦ ਮੈਣੀ ਦੀ ਹਵੇਲੀ ਦੇ ਸਾਰੇ ਲੋਕ ਗੁਰੂ ਜੀ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਸਨ। ਤਾਂ ਰਾਜਾ ਨੇ ਆਪਣੀ ਹਵੇਲੀ ਨੂੰ ਸਤਸੰਗ ਘਰ ਬਣਾ ਦਿੱਤਾ ਤੇ ਅੱਜ ਵੀ ਉੱਥੇ ਪਟਨਾ ਸਾਹਿਬ ਵਿਖੇ, ਜੋ ਕਿ ਰਾਜੇ ਦੀ ਹਵੇਲੀ ਸੀ, ਤੇ ਉੱਥੇ ਅੱਜ ਵੀ ਛੋਲਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ।